ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸਵਰਨ ਸਿੰਘ ਟੇੜਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਮਿਨਿਸਟਰ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ। ਖਬਰਾਂ ਬਹੁਤ ਸਾਰੀਆਂ ਨਹੀਂ, ਪਰ ਸਭ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲਬਿਆਨੀ ਕਰਦੇ ਹਾਂ। ਲੰਘੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਹਲਕੀ ਜੀ ਕਿਣਮਣ ਹੋਣ ਦੀ ਖਬਰ ਪ੍ਰਾਪਤ ਹੋਈ ਹੈ ਤੇ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਹੋਰ ਕਣੀਆਂ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਕਿੱਥੇ ਕਿੰਨੀਆਂ ਕੁ ਕਣੀਆਂ ਪੈਂਦੀਆਂ, ਉਹਨਾਂ ਕਣੀਆਂ ਦੇ ਕਰਕੇ ਕੀ ਮੌਸਮ ਦਾ ਮਿਜਾਜ਼ ਬਦਲਦਾ, ਇਹ ਵਕਤ ਨੇ ਬਿਆਨ ਕਰਨਾ। ਪਰ ਗੱਲ ਇਹ ਆ ਵੀ ਇਹਨਾਂ ਕਣੀਆਂ ਦੇ ਕਰਕੇ ਪੰਜਾਬ ਦੇ ਵਿੱਚ ਠੰਡ ਦੇ ਵਿੱਚ ਵਾਧਾ ਹੋ ਰਿਹਾ ਤੇ ਜੇਕਰ ਮੀਂਹ ਹੋਰ ਪੈ ਗਿਆ ਪੰਜਾਬ ਦੇ ਵਿੱਚ ਤਾਂ ਠੰਡ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਵਾਧਾ ਹੋ ਜਾਣਾ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਕੋਰੇ ਤੇ ਧੁੰਦ ਦੇ ਬਹੁਤ ਵੱਡੇ ਰੂਪ ਦੇ ਵਿੱਚ ਅਸੀਂ ਦੇਖਾਂਗੇ ਨਤੀਜੇ ਕਿ ਭਾਈ ਕੋਰਾ ਤੇ ਧੁੰਦ ਰੁਕਦਾ ਨਹੀਂ ਤੇ ਧੁੰਦ ਆ ਜਿਹੜੀ ਉਹ ਲਗਾਤਾਰ ਪੰਜਾਬ ਦੇ ਵਿੱਚ ਸੰਘਣੀ ਅੱਗੇ ਤੋਂ ਅੱਗੇ ਹੋ ਰਹੀ ਹੈ। ਸੋ ਬਾਕੀ ਵਕਤ ਦੱਸੂਗਾ ਬਣਦਾ ਕੀ ਹੈ, ਪਰ ਪੰਜਾਬ ਦੇ ਵਿੱਚ ਠੰਡ ਹੈ ਜਿਹੜੀ ਉਹ ਲਗਾਤਾਰ ਜ਼ੋਰ ਫੜਦੀ ਹੋਈ ਨਜ਼ਰ ਆ ਰਹੀ ਹੈ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ ਕਿਸਾਨਾਂ ਦੀ ਜਿੱਤ ਦੇ ਨਾਲ ਸੰਬੰਧਿਤ। ਕਿਸਾਨਾਂ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਇੱਕ ਵਾਰ ਫਿਰ। ਹਾਲਾਂਕਿ ਜਿੱਤ ਇਹ ਸ਼ਬਦਕ ਤੌਰ ਦੇ ਉੱਤੇ ਹਾਸਲ ਕੀਤੀ ਗਈ ਹੈ। ਜੇ ਆਪਾਂ ਇਹ ਗੱਲ ਕਹਿ ਦਈਏ ਕਿ MSP ਦੇ ਮੁਤਾਬਕ ਹੁਣ ਫਸਲਾਂ ਦਾ ਮੁੱਲ ਜਿਹੜਾ ਉਹ ਤੈਅ ਹੋਊਗਾ, ਜਾਂ ਆਪਾਂ ਕਹਿ ਦਈਏ ਵੱਖ-ਵੱਖ ਫਸਲਾਂ ਦੇ ਉੱਤੇ MSP ਐਲਾਨ ਦਿੱਤੀ ਗਈ ਹੈ, ਇੱਦਾਂ ਦੀ ਗੱਲ ਨਹੀਂ ਹੈ। ਪਰ ਰਾਜਪਾਲ ਦੇ ਨਾਲ ਮੁਲਾਕਾਤ ਤੋਂ ਬਾਅਦ, ਪੰਜਾਬ ਦੇ ਖੇਤੀਬਾੜੀ ਮੰਤਰੀ ਸਾਹਿਬ ਦੇ ਨਾਲ ਮੁਲਾਕਾਤ ਤੋਂ ਬਾਅਦ, ਚੰਡੀਗੜ੍ਹ ਯਾਨੀ ਕਿ ਮੋਹਾਲੀ ਏਅਰਪੋਰਟ ਦੇ ਉੱਤੇ ਬੈਠੇ ਜਿਹੜੇ ਕਿਸਾਨ ਧਰਨੇ ਤੇ ਬੈਠੇ ਸੀਗੇ, ਉਹਨਾਂ ਦੇ ਵੱਲੋਂ ਆਪਣੇ ਧਰਨੇ ਨੂੰ ਚੁੱਕ ਲਿਆ ਗਿਆ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਮੁਲਾਕਾਤ ਹੋਈ ਆ ਤੇ ਇਹਦੇ ਵਿੱਚ ਇਹ ਵੀ ਪਤਾ ਲੱਗਾ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਉਂਦੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਵਾਸਤੇ, ਮੀਟਿੰਗ ਵਾਸਤੇ ਸਮਾਂ ਦੇ ਦਿੱਤਾ। ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ। ਸੋ ਸਮਾਂ ਦੱਸੂਗਾ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਵਿੱਚੋਂ ਕਿੰਨੀਆਂ ਪ੍ਰਵਾਨ ਹੁੰਦੀਆਂ, ਕਿੰਨੀ ਕੁ ਦੇਰ ਤੱਕ ਪ੍ਰਵਾਨ ਹੁੰਦੀਆਂ, ਪ੍ਰੈਕਟੀਕਲ ਤੌਰ ਦੇ ਉੱਤੇ ਉਹਦੇ ਨਤੀਜੇ ਕੀ ਨਿਕਲਦੇ ਆ। ਇਹ ਸਾਰਾ ਕੁਝ, ਸਾਰੀ ਕਹਾਣੀ ਸਭ ਦੇ ਸਾਹਮਣੇ ਆ ਜਾਣੀ ਆ। ਪਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਿਸਾਨ ਏਅਰਪੋਰਟ ਰੋਡ ਦੇ ਉੱਤੇ ਬੈਠੇ ਸੀਗੇ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਸੀਂ ਦਿੱਲੀ ਦੀ ਤਰਜ਼ ਦੇ ਉੱਤੇ ਹੁਣ ਚੰਡੀਗੜ੍ਹ ਦੇ ਵਿੱਚ ਇੱਟ ਨਾਲ ਇੱਟ ਖੜਕਾ ਦੇਣੀ ਆ। ਇਹ ਗੱਲ ਕਹੀ ਗਈ ਸੀ ਕਿ ਅਸੀਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਇੱਥੇ ਆ ਬੈਠੇ ਹਾਂ। ਇਹ ਗੱਲ ਕਹੀ ਗਈ ਸੀ ਕਿਸਾਨ ਅੰਦੋਲਨ ਦੇ ਵਿੱਚ ਜਿਹੜੀਆਂ ਮੰਗਾਂ ਕੇਂਦਰ ਦੇ ਵੱਲੋਂ ਪ੍ਰਵਾਨ ਕੀਤੀਆਂ ਗਈਆਂ ਸੀ, ਉਹਨਾਂ ਮੰਗਾਂ ਦੇ ਵਿੱਚੋਂ ਬਹੁਤੀਆਂ ਮੰਗਾਂ ਦੇ ਉੱਤੇ ਕੋਈ ਸਹੀ ਨਹੀਂ ਪਾਈ ਗਈ। ਤੇ ਖਾਸ ਗੱਲ ਹੈ ਜਿਹੜੀ ਉਹ MSP ਦੇ ਬਾਰੇ ਹੈ। MSP ਦੇ ਬਾਰੇ ਆਪਾਂ ਜਾਣਦੇ ਕਮੇਟੀ ਬਣਾਈ ਸੀ ਕੇਂਦਰ ਦੀ ਸਰਕਾਰ ਨੇ। ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਨੇ ਇਸ ਕਮੇਟੀ ਦੇ ਮੈਂਬਰਾਂ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਸੀ, ਪਰ ਉਹ ਕਹਿੰਦੇ ਵੀ ਕਮੇਟੀ ਬਣਾਤੀ ਤੇ ਗੱਲ ਖਤਮ ਹੋ ਗਈ। ਸੋ ਉਸ ਕਮੇਟੀ ਦੇ ਵੱਲੋਂ ਉਸ ਤੋਂ ਬਾਅਦ ਕੀਤਾ ਕੀ ਗਿਆ ਇਹ ਵੀ ਨਹੀਂ ਪਤਾ ਲੱਗਾ। ਕਮੇਟੀ ਕੰਮ ਮਿੱਟੀ ਬਣ ਗਿਆ। ਕਮੇਟੀ ਦੇ ਵਿੱਚ ਕੁਝ ਹੋਰ ਪਊਗਾ ਕਿ ਨਹੀਂ ਪਊਗਾ ਇਹ ਸਮੇਂ ਨਹੀਂ ਬਿਆਨ ਕਰਨਾ, ਪਰ ਇੰਨਾ ਲੰਮਾ ਸਮਾਂ ਹੋ ਗਿਆ। ਇਹ ਮਾਮਲਾ ਊਂਠ ਦੇ ਬੁੱਲ ਵਾਂਗੂ ਲਟਕੀ ਜਾਂਦਾ। ਇਸ ਮਾਮਲੇ ਦੇ ਵਿੱਚ ਕੋਈ ਵੀ ਨਵੀਂ ਜਾਣਕਾਰੀ ਨਹੀਂ ਆਈ। ਇਸ ਮਾਮਲੇ ਦੇ ਉੱਤੇ ਕੋਈ ਵੀ ਸੁਧਾਰ ਨਹੀਂ ਆਇਆ। ਕਿਸਾਨੀ ਦੀ ਕਿਸੇ ਵੀ ਰੂਪ ਦੇ ਵਿੱਚ ਕੋਈ ਸਹਾਇਤਾ ਨਹੀਂ ਹੋਈ। MSP ਵਾਲੀ ਗੱਲ ਤਾਂ ਸਰਕਾਰਾਂ ਦੇ ਵੱਲੋਂ ਬਿਲਕੁਲ ਵਿਸਾਰ ਹੀ ਦਿੱਤੀ ਗਈ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਕਿਸਾਨੀ ਦੀਆਂ ਮੰਗਾਂ ਕਿਹੜੀਆਂ ਸੀ ਤੇ ਸਰਕਾਰਾਂ ਦੇ ਵੱਲੋਂ ਪ੍ਰਵਾਨ ਕਰਨ ਦੀ ਗੱਲ ਕਦੋਂ ਤੋਂ ਕਹੀ ਗਈ ਹੈ, ਤੇ ਰਾਜਪਾਲ ਸਾਹਿਬ ਦੇ ਨਾਲ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਤੇ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਬਣ ਸਕਦਾ ਹੈ, ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ। ਕਿਸਾਨ ਨੇਤਾਵਾਂ ਨੇ ਕਿਹਾ ਕਿ ਪੰਜਾਬ ਦੇ ਗਵਰਨਰ ਨੇ ਮੀਟਿੰਗ ਦੇ ਵਿੱਚ MSP ਸਮੇਤ ਬਾਕੀ ਮੰਗਾਂ ਨੂੰ ਪੂਰਾ ਕਰਨ ਦੇ ਲਈ ਭਰੋਸਾ ਦਿੱਤਾ। ਕਿਸਾਨ 26 ਨਵੰਬਰ ਤੋਂ ਮੋਹਾਲੀ ਦੇ ਏਅਰਪੋਰਟ ਰੋਡ ਦੇ ਉੱਤੇ ਧਰਨੇ ਤੇ ਬੈਠੇ ਹੋਏ ਸਨ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸਵੇਰੇ ਕਿਸਾਨਾਂ ਨੂੰ ਗੱਲਬਾਤ ਵਾਸਤੇ ਬੁਲਾਇਆ ਸੀ। ਇੱਥੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੇ ਸਾਹਮਣੇ ਕਿਸਾਨਾਂ ਨੇ ਆਪਣੀਆਂ ਮੰਗਾਂ ਰੱਖੀਆਂ। ਕਿਸਾਨਾਂ ਦੀ 19 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਏਗੀ। ਉਹਦੇ ਵਿੱਚ ਸੰਬੰਧਿਤ ਵਿਭਾਗਾਂ ਦੇ ਅਫਸਰਾਂ ਨੂੰ ਵੀ ਬੁਲਾਇਆ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ਨੇ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਦੇ ਟਵੀਟ ਦੇ ਉੱਤੇ ਵੀ ਇਤਰਾਜ਼ ਜ਼ਾਹਰ ਕੀਤਾ। ਪੰਚਕੂਲਾ ਵਿੱਚ ਕਿਸਾਨਾਂ ਨੇ ਰਾਜਪਾਲ ਬੰਡਾਰੂ ਦੱਤਾਤਰੇਯ ਨਾਲ ਮਿਲਣ ਤੋਂ ਬਾਅਦ ਧਰਨਾ ਖਤਮ ਕਰਨ ਦਾ ਐਲਾਨ ਕੀਤਾ। 11 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਹਰਿਆਣਾ ਦੇ ਨੇਤਾ ਮੀਟਿੰਗ ਕਰਕੇ ਰਣਨੀਤੀ ਤੈਅ ਕਰਨਗੇ। ਕਿਸਾਨਾਂ ਦਾ ਕਹਿਣਾ ਕਿ ਉਹ ਹੁਣ ਇੰਤਜ਼ਾਰ ਕਰਨਗੇ ਕੁਝ ਕੁ ਸਮੇਂ ਦੇ ਲਈ। ਪੰਚਕੂਲਾ ਦੇ ਵਿੱਚ ਕਿਸਾਨਾਂ ਦੇ ਸੰਘਰਸ਼ ਦੇ ਦੂਜੇ ਦਿਨ ਕਿਸਾਨ ਨੇਤਾ ਰਾਕੇਸ਼ ਟਿਕੈਤ ਵੀ ਪਹੁੰਚੇ ਸਨ। ਉਹਨਾਂ ਨੇ ਕਿਸਾਨਾਂ ਨਾਲ ਅੰਦੋਲਨ ਨੂੰ ਲੈ ਕੇ ਚਰਚਾ ਵੀ ਕੀਤੀ ਹੈ ਤੇ ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਤਾਂ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਕੇਂਦਰ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੀ ਅਣਦੇਖੀ ਕਰਦੀ ਰਹੀ ਹੈ। ਪੰਚਕੂਲਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਕਿਸਾਨ ਮਜ਼ਦੂਰ ਮਹਾਪੜਾਅ ਦੇ ਵਿੱਚ ਲਗਭਗ 15 ਸੰਗਠਨ ਭਾਗ ਲੈ ਰਹੇ ਸਨ। ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਇਕਜੁੱਟ ਹੋ ਕੇ ਸਰਕਾਰ ਦੇ ਖਿਲਾਫ ਸੰਘਰਸ਼ ਦਾ ਐਲਾਨ ਕੀਤਾ ਸੀ।
ਉਹਨਾਂ ਦੀਆਂ ਮੁੱਖ ਮੰਗਾਂ ਦੇ ਵਿੱਚ MSP ਦੇ ਉੱਤੇ ਫਸਲਾਂ ਦੀ ਖਰੀਦ ਦੀ ਗਰੰਟੀ, ਲਖੀਮਪੁਰ ਖੀਰੀ ਹੱਤਿਆਕਾਂਡ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਵਾਸਤੇ ਨਿਆਂ, ਮੁਕੰਮਲ ਕਰਜ਼ਾ ਮੁਕਤੀ ਤੇ ਪ੍ਰਾਈਵੇਟ ਬਿਜਲੀ ਬਿੱਲ ਰੱਦ ਕਰੋ ਵਰਗੀਆਂ 4 ਮੰਗਾਂ ਸ਼ਾਮਲ ਰਹੀਆਂ। ਸੋ ਦੇਖਦੇ ਹਾਂ ਆਉਂਦੇ ਸਮੇਂ ਦੇ ਵਿੱਚ ਇਹਨਾਂ ਮੰਗਾਂ ਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਕਿਵੇਂ ਲਾਗੂ ਕੀਤਾ ਜਾਂਦਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਰਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਜਦੋਂ ਕਿਸਾਨ ਅੰਦੋਲਨ 1 ਸਾਲ ਤੋਂ ਵੱਧ ਸਮੇਂ ਤੱਕ ਚੱਲਿਆ, ਉਦੋਂ ਦੁਨੀਆ ਭਰ ਦੇ ਵਿੱਚੋਂ ਹੁੰਗਾਰਾ ਮਿਲਿਆ, ਦੁਨੀਆ ਭਰ ਦੇ ਵਿੱਚੋਂ ਸਹਾਇਤਾ ਮਿਲੀ ਹੈ। ਸੋ ਉਹੋ ਜਿਹਾ ਸੰਘਰਸ਼, ਉਹੋ ਜਿਹਾ ਰੌਂ ਤੇ ਉਹੋ ਜਿਹਾ ਸਾਥ ਭਵਿੱਖ ਦੇ ਵਿੱਚ ਕਦੇ ਦੇਖਣ ਨੂੰ ਮਿਲੂਗਾ ਜਾਂ ਨਹੀਂ ਮਿਲੂਗਾ, ਇਹ ਹੁਣ ਵਕਤ ਬਿਆਨ ਕਰੂਗਾ। ਪਰ ਜਿਸ ਤਰੀਕੇ ਦੇ ਨਾਲ ਕਿਸਾਨੀ ਮੰਗਾਂ ਉਵੇਂ ਦੀਆਂ ਉਵੇਂ ਖੜੀਆਂ, ਇਹਦੇ ਉੱਤੇ ਦੁੱਖ ਦਾ ਇਜ਼ਹਾਰ ਕਰਨਾ ਬਣਦਾ, ਕਿਉਂਕਿ ਉਦੋਂ ਸਰਕਾਰ ਦੇ ਵੱਲੋਂ ਕਾਹਲੀ ਦੇ ਵਿੱਚ, ਕਿਉਂਕਿ 4-5 ਸੂਬਿਆਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਉਦੋਂ ਵੀ ਸਿਰ ਦੇ ਉੱਤੇ ਸੀ, ਇਸ ਕਰਕੇ ਗੱਲ ਕਹਿ ਦਿੱਤੀ ਗਈ ਕਿ ਤੁਹਾਡੀ ਆਹ ਵੀ ਮੰਗ ਮੰਨ ਲਈ, ਤੁਹਾਡੀ ਆਹ ਵੀ ਮੰਗ ਮੰਨ ਲਈ, ਲਿਖਤੀ ਤੌਰ ਦੇ ਉੱਤੇ ਆਹ ਵੀ ਗੱਲ ਕਰ ਲਈ, ਆਹ ਵੀ ਗੱਲ ਕਰ ਲਈ। ਉਹ ਗੱਲਾਂ ਹੀ ਰਹਿ ਗਈਆਂ, ਉਹ ਗੱਲਾਂ ਪ੍ਰੈਕਟੀਕਲ ਤੌਰ ਦੇ ਉੱਤੇ ਕੁਝ ਨਹੀਂ ਸਮਰਿਆ। ਲਖੀਮਪੁਰ ਖੀਰੀ ਕਾਂਡ ਦੇ ਵਿੱਚ ਜਿਹੜੇ ਗ੍ਰਹਿ ਰਾਜ ਮੰਤਰੀ ਦੇ ਪੁੱਤ ਦਾ ਨਾਂ ਵੱਜਿਆ, ਉਹਦੇ ਉੱਤੇ ਕਿੰਨੀ ਕੁ ਵੱਡੀ ਕਾਰਵਾਈ ਹੋਈ, ਉਹਦਾ ਕੀ ਵਿਗੜ ਗਿਆ? ਉਹ ਮਾਮਲਾ ਉੱਥੇ ਦਾ ਉੱਥੇ ਖੜਾ। ਕਿਸਾਨ ਸੰਘਰਸ਼ ਕਰੀ ਜਾਂਦੇ ਆ, ਮਾਮਲਾ ਉਵੇਂ ਦਾ ਉਵੇਂ ਖੜਾ। ਜਿਹੜੀ MSP ਆ, ਮਾਮਲਾ ਉਵੇਂ ਦਾ ਉਵੇਂ ਖੜਾ। ਕਮੇਟੀ ਨੇ ਕੀਤਾ ਕੁਝ ਨਹੀਂ ਗਾ। ਸੋ ਇਸ ਮਾਮਲੇ ਦੇ ਵਿੱਚ ਹੋਇਆ ਕੀ ਅੱਜ ਤੱਕ, ਤਾਂ ਇਹ ਸਭ ਤੋਂ ਵੱਡਾ ਸਵਾਲ ਹੈ। ਸੋ ਹੁਣ ਕਿਸਾਨ ਇੱਕ ਵਾਰ ਫਿਰ ਸੰਘਰਸ਼ ਦੇ ਨਿੱਠ ਕੇ ਸਾਹਮਣੇ ਆਏ, ਪਰ ਉਹਨਾਂ ਦੇ ਵੱਲੋਂ ਸੰਘਰਸ਼ ਨੂੰ ਵਕਤੀ ਤੌਰ ਦੇ ਉੱਤੇ ਰੋਕ ਦਿੱਤਾ ਗਿਆ, ਕਿਉਂਕਿ ਸਰਕਾਰ ਦੇ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ। ਪੰਜਾਬ ਦੀ ਸਰਕਾਰ ਹਮੇਸ਼ਾ ਇਹ ਗੱਲ ਕਹਿੰਦੀ ਆ ਕਿ ਜਿੰਨੀਆਂ ਕੁ ਮੰਗਾਂ ਤਾਂ ਸਾਡੇ ਅਧਿਕਾਰ ਖੇਤਰ ਦੇ ਵਿੱਚ ਆ, ਉਨੀਆਂ ਕੁ ਤਾਂ ਅਸੀਂ ਪ੍ਰਵਾਨ ਕਰਦੇ ਹਾਂ। ਜਿਵੇਂ ਕਿ ਭਗਵੰਤ ਮਾਨ ਦੇ ਵੱਲੋਂ ਪਿਛਲੇ ਦਿਨੀਂ ਗੰਨੇ ਦੇ ਭਾਅ ਦੇ ਵਿੱਚ ਵਾਧਾ ਕਰਨ ਦੀ ਗੱਲ ਕੀਤੀ ਗਈ ਸੀ। ਉਹਨਾਂ ਨੇ ਕਿਹਾ ਸੀ ਕਿ ਅਸੀਂ ਪੂਰੇ ਭਾਰਤ ਦੇ ਵਿੱਚੋਂ ਸਭ ਤੋਂ ਵੱਧ ਪੰਜਾਬ ਦੀ ਕਿਸਾਨੀ ਨੂੰ ਗੰਨੇ ਦਾ ਭਾਅ ਦੇਵਾਂਗੇ, ਤੇ ਬਾਕੀ ਮੰਗਾਂ ਜਿਹੜੀਆਂ ਉਹ ਕੇਂਦਰ ਦੇ ਨਾਲ ਸੰਬੰਧਿਤ ਹੈਗੀਆਂ। ਸੋ ਉਸ ਤੋਂ ਬਾਅਦ ਕਿਸਾਨ ਆ ਜਿਹੜੇ ਉਹ ਚਾਹੁੰਦੇ ਸੀ ਕਿ ਭਾਈ ਅਸੀਂ ਕੇਂਦਰ ਦੇ ਉੱਤੇ ਵੀ ਦਬਾਅ ਬਣਾਈਏ। ਹੁਣ ਰਾਜਪਾਲ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਤੇ ਕੇਂਦਰ ਦੇ ਉੱਤੇ ਕਿੰਨਾ ਕੁ ਦਬਾਅ ਬਣਦਾ, ਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨ ਆਪਣੇ ਪੱਖ ਦੇ ਵਿੱਚ ਕਿਹੋ ਜਿਹਾ ਮਾਹੌਲ ਬਣਾਉਣ ਦੇ ਵਿੱਚ ਕਾਮਯਾਬ ਹੁੰਦੇ, ਵਕਤ ਨੇ ਬਿਆਨ ਕਰਨਾ। ਪਰ ਹਾਂ, ਕਿਸਾਨ ਇਹ ਜ਼ਰੂਰ ਚਾਹੁੰਦੇ ਆ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਸਾਡੇ ਪੱਖ ਦੇ ਵਿੱਚ ਕੋਈ ਨਾ ਕੋਈ ਫੈਸਲਾ ਹੋ ਜੇ, ਕਿਉਂਕਿ ਜਦੋਂ ਉਹ ਫੈਸਲਾ ਹੋ ਗਿਆ, ਜਾਂ ਆਪਾਂ ਕਹਿ ਦਈਏ ਜਦੋਂ ਉਹ ਚੋਣਾਂ ਹੋ ਗਈਆਂ, ਜਿਹੜੀ ਵੀ ਪਾਰਟੀ ਦੀ ਸਰਕਾਰ ਦੁਬਾਰਾ ਫਿਰ ਬਣ ਜੇ, ਉਸ ਤੋਂ ਬਾਅਦ ਕਿਸਾਨੀ ਦੀ ਬਾਂਹ ਫਿਰ ਵੀ ਕਿਸੇ ਨੇ ਫੜਨੀ। ਲੰਮੇ ਸਮੇਂ ਵਾਸਤੇ ਕਿਸਾਨੀ ਦੀ ਝੋਲੀ ਦੇ ਵਿੱਚ ਸੰਘਰਸ਼ ਫਿਰ ਪੱਲੇ ਪੈ ਜਾਣਾ। ਸੋ ਵੇਨੇ ਭਾਈ ਆਉਂਦੇ ਸਮੇਂ ਦੇ ਵਿੱਚ ਕਿਸਾਨ ਦੀ, ਮਜ਼ਦੂਰ ਦੀ ਬਾਂਹ ਕੇਂਦਰ ਦੀ ਸਰਕਾਰ ਫੜਦੀ ਹੈ ਕਿ ਨਹੀਂ ਫੜਦੀ। ਜਿਹੜਾ ਇਸ ਵੇਲੇ ਸੰਘਰਸ਼ ਇੱਕਦਮ ਰੋਕਿਆ ਗਿਆ, ਇਹਦੇ ਵਿੱਚੋਂ ਕੋਈ ਦੂਰ ਰੱਸੀ ਨਤੀਜੇ ਚੰਗੇ ਨਿਕਲਦੇ ਕਿ ਨਹੀਂ ਨਿਕਲਦੇ। ਜੋਗਿੰਦਰ ਸਿੰਘ ਉਗਰਾਹਾਂ ਜਿਹੜੇ ਕਿ ਸੀਨੀਅਰ ਕਿਸਾਨ ਆਗੂ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਦੇ ਵੱਲੋਂ ਭਰੋਸਾ ਦੇਣ ਤੋਂ ਬਾਅਦ ਅਸੀਂ ਵਕਤੀ ਤੌਰ ਦੇ ਉੱਤੇ ਸੰਘਰਸ਼ ਟਾਲਿਆ, ਤੇ ਬਾਕੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜਿਵੇਂ ਵੀ ਫੈਸਲਾ ਕੀਤਾ ਗਿਆ, ਅਸੀਂ ਭਵਿੱਖ ਦੇ ਵਿੱਚ ਉਸ ਤਰੀਕੇ ਦੇ ਨਾਲ ਅਗਲੇ ਤੋਂ ਅਗਲੇ ਪੜਾਅ ਦੇ ਵੱਲ ਵਧਾਂਗੇ। ਸੋ ਕਿਸਾਨੀ ਮੰਗਾਂ ਜਿਉਂ ਦੀਆਂ ਤਿਉਂ ਬਰਕਰਾਰ ਹੈ। ਤੇ ਸਭ ਤੋਂ ਵੱਡੀ ਗੱਲ ਇਹ ਆ, ਕਿਸਾਨਾਂ ਨੂੰ ਇਤਰਾਜ਼ ਇਸ ਗੱਲ ਦੇ ਉੱਤੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਪਿਛਲੇ ਦਿਨੀ ਇਹ ਗੱਲ ਕਹੀ ਗਈ ਸੀ ਕਿ ਤੁਸੀਂ ਵਾਰ-ਵਾਰ ਸੜਕਾਂ ਦੇ ਉੱਤੇ ਬੈਠ ਜਾਂਦੇ ਹੋ। ਜੇਕਰ ਤੁਸੀਂ ਇਵੇਂ ਹੀ ਸੰਘਰਸ਼ ਕੀਤਾ, ਜੇਕਰ ਆਮ ਲੋਕ ਖੱਜਲ ਕੀਤੇ, ਤਾਂ ਫਿਰ ਭਾਈ ਤੁਹਾਡੇ ਧਰਨਿਆਂ ਦੇ ਵਿੱਚ ਕਿਸੇ ਬੰਦੇ ਨੇ ਆਉਣਾ ਨਹੀਂ, ਫਿਰ ਤੁਹਾਡੇ ਧਰਨੇ ਬੰਦਿਆਂ ਤੋਂ ਸੱਖਣੇ ਰਹਿਣਗੇ। ਸੋ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਪਾਰਟੀ ਸੰਘਰਸ਼ ਦੇ ਵਿੱਚੋਂ ਨਿਕਲੀ ਆ, ਜਿਹੜੀ ਪਾਰਟੀ ਖੁਦ ਧਰਨਿਆਂ ਦੇ ਵਿੱਚੋਂ ਨਿਕਲੀ ਆ, ਜਿਹੜੀ ਪਾਰਟੀ ਦੀ ਪਛਾਣ ਹੀ ਗੱਲ ਰਹੀ ਆ ਕਿ ਭਾਈ ਇੱਥੇ ਧਰਨਾ ਲਾ ਲਿਆ, ਹੱਕੀ ਮੰਗਾਂ ਵਾਸਤੇ ਇੱਥੇ ਧਰਨਾ ਲਾ ਲਿਆ, ਅੱਜ ਉਸੇ ਪਾਰਟੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ, ਉਸੇ ਪਾਰਟੀ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਧਰਨੇ ਲਾਉਣੇ ਗਲਤ ਆ, ਧਰਨਿਆਂ ਦੇ ਵਿੱਚੋਂ ਕੁਝ ਨਹੀਂ ਨਿਕਲਦਾ ਗਾ, ਧਰਨਿਆਂ ਦੇ ਵਿੱਚ ਬੰਦੇ ਆਉਣੇ ਬੰਦ ਹੋ ਜਾਣੇ ਆ। ਤੇ ਕਿਸਾਨਾਂ ਨੇ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਮੀਟਿੰਗ ਦੇ ਮੌਕੇ ਇਸ ਗੱਲ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਕਿ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਇਹੋ ਜਿਹੇ ਟਵੀਟ ਕਿਹੜੇ ਕਾਰਨਾਂ ਕਰਕੇ ਕੀਤੇ ਜਾਂਦੇ ਆ। ਕਿਸਾਨ ਇਹ ਵੀ ਗੱਲ ਕਹਿੰਦੇ ਕਿ ਅਸੀਂ ਮੰਤਰੀਆਂ ਦੇ ਘਰਾਂ ਮੂਹਰੇ ਵੀ ਧਰਨਾ ਲਾ ਕੇ ਦੇਖ ਲਿਆ, ਅਸੀਂ ਦਫ਼ਤਰਾਂ ਦੇ ਮੂਹਰੇ ਵੀ ਧਰਨਾ ਲਾ ਕੇ ਦੇਖ ਲਿਆ, ਤੇ ਸਾਨੂੰ ਰੇਲਵੇ ਟਰੈਕ ਮਜਬੂਰੀ 'ਚ ਰੋਕਣੇ ਪੈਂਦੇ ਆ, ਸਾਨੂੰ ਸੜਕਾਂ ਦੇ ਉੱਤੇ ਮਜਬੂਰੀ 'ਚ ਬੈਠਣਾ ਪੈਂਦਾ। ਪਰ ਜੇਕਰ ਸਾਨੂੰ ਟੀਚਰਾਂ ਕੀਤੀਆਂ ਜਾਣਗੀਆਂ ਤਾਂ ਅਸੀਂ ਸੰਘਰਸ਼ ਨੂੰ ਛੋਟਾ ਨਹੀਂ ਵੱਡਾ ਕਰਾਂਗੇ, ਅਸੀਂ ਪਿੱਛੇ ਨਹੀਂ ਹਟਾਂਗੇ। ਅਸੀਂ ਜੇਕਰ ਕੇਂਦਰ ਦੀ ਸਰਕਾਰ ਨੂੰ ਝੁਕਾ ਸਕਦੇ, ਫਿਰ ਸੂਬੇ ਦੀ ਸਰਕਾਰ ਨੂੰ ਵੀ ਝੁਕਾ ਕੇ ਛੱਡਾਂਗੇ। ਸੋ ਵੇਨੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਮਾਮਲੇ ਸਾਹਮਣੇ ਆਉਂਦੇ ਆ, ਕੀ ਬਣਦਾ। ਪਰ ਇਸ ਵੇਲੇ ਸਭ ਦਾ ਧਿਆਨ ਇਸੇ ਗੱਲ ਦੇ ਵੱਲ ਟਿਕਿਆ ਹੋਇਆ ਕਿ ਕੀ ਸੂਬੇ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਅਧੂਰੇ ਪਏ ਮਸਲੇ ਸੰਪੂਰਨ ਕਰੂ ਕਿ ਨਹੀਂ, ਮਸਲੇ ਹੱਲ ਕਰੂ ਕਿ ਨਹੀਂ। ਪਟਿਆਲੇ ਦੀ ਜੇਲ੍ਹ ਦੇ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਮਿਲਣ ਵਾਸਤੇ ਜਾਂਦਾ,
ਤੇ ਕਿਉਂਕਿ 5 ਦਸੰਬਰ ਤੋਂ ਭੁੱਖ ਹੜਤਾਲ ਦੇ ਉੱਤੇ ਜੇਲ੍ਹ ਦੇ ਵਿੱਚ ਬੈਠਣ ਦੀ ਗੱਲ ਕੀਤੀ ਗਈ ਹੈ ਰਾਜੋਆਣਾ ਹੋਰਾਂ ਦੇ ਵੱਲੋਂ, ਤੇ ਇਹ ਗੱਲ ਕਹੀ ਆ ਅੱਗੋਂ ਰਾਜੋਆਣਾ ਹੋਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਨੂੰ ਕਿ ਜੇਕਰ 4 ਦਸੰਬਰ ਤੱਕ ਤੁਸੀਂ ਆਪਣੀ ਰਹਿਮ ਦੀ ਅਪੀਲ ਵਾਪਸ ਨਾ ਲਈ ਤਾਂ 5 ਦਸੰਬਰ ਤੋਂ ਮੈਂ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਬੈਠ ਜਾਣਾ। ਰਾਜੋਆਣਾ ਹੋਰਾਂ ਨੂੰ ਆਪਾਂ ਜਾਣਦੇ ਹਾਂ ਕਿ ਲੰਮੀ ਸਜ਼ਾ ਹੋਈ ਸੀ। ਰਾਜੋਆਣਾ ਹੋਰਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਉਹਦੇ ਮੁਤਲਕ ਕਈ ਤਰ੍ਹਾਂ ਦੇ ਫੈਸਲੇ ਕੀਤੇ ਗਏ ਸੀ, ਪਰ ਇਹਨਾਂ ਮਾਮਲਿਆਂ ਦੇ ਵਿੱਚ ਕਦੇ ਕੋਈ ਜਾਣਕਾਰੀ, ਕਦੇ ਕੋਈ ਜਾਣਕਾਰੀ, ਚੋਣਾਂ ਦੇ ਮੌਕੇ ਵੱਧ ਜਾਣਕਾਰੀ, ਉਸ ਤੋਂ ਬਾਅਦ ਘੱਟ ਜਾਣਕਾਰੀ, ਇੱਦਾਂ ਦੇ ਵੇਰਵੇ ਸਾਹਮਣੇ ਆਉਂਦੇ ਰਹੇ ਆ। ਸੋ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕੀ ਨਵਾਂ ਮੋੜ ਆਊਗਾ, ਇਹ ਤਾਂ ਚਲੋ ਸਮੇਂ ਨੇ ਬਿਆਨ ਕਰਨਾ, ਪਰ ਹੈਰਾਨੀ ਇਸ ਗੱਲ ਦੇ ਉੱਤੇ ਹੁੰਦੀ ਹੈ ਕਿ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੱਖ-ਵੱਖ ਪਾਰਟੀਆਂ ਨੂੰ ਚੇਤੇ ਆਉਂਦੀ ਹੈ, ਵੱਖ-ਵੱਖ ਜਥੇਬੰਦੀਆਂ ਨੂੰ ਚੇਤੇ ਆਉਂਦੀ ਹੈ। ਜਿਵੇਂ ਜਿਵੇਂ ਚੋਣਾਂ ਨੇੜੇ ਆਉਂਦੀਆਂ ਉਹ ਸਰਗਰਮ ਹੁੰਦੀਆਂ ਤੇ ਬਾਅਦ ਦੇ ਵਿੱਚ ਗੱਲ ਫਿਰ ਠੰਡੇ ਬਸਤੇ ਦੇ ਵਿੱਚ ਪੈ ਜਾਂਦੀ ਹੈ। ਹੁਣ ਪਿਛਲੇ ਕੁਝ ਦਿਨਾਂ ਤੋਂ ਇਹ ਖਬਰ ਫਿਰ ਚਰਚਾ ਦੇ ਵਿੱਚ ਆ, ਸਰਗਰਮੀ ਦੇ ਵਿੱਚ ਹੈ ਕਿ ਰਾਜੋਆਣਾ ਹੋਰਾਂ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਕੀ ਫੈਸਲਾ ਕਰੂਗੀ, ਆਉਂਦੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵੱਲੋਂ ਕੀ ਚਾਰਾਜੋਈ ਕੀਤੀ ਜਾਊਗੀ। ਪਰ ਰਾਜੋਆਣਾ ਹੋਰਾਂ ਦੇ ਵੱਲੋਂ ਸਟੈਂਡ ਇਹ ਲਿਆ ਗਿਆ ਕਿ ਤੁਸੀਂ ਆਪਣੀ ਰਹਿਮ ਦੀ ਅਪੀਲ ਵਾਪਸ ਲੈ ਲਓ, ਮੈਨੂੰ ਕੋਈ ਵੀ ਰਹਿਮ ਨਹੀਂ ਚਾਹੀਦਾ, ਮੈਂ ਬਿਲਕੁਲ ਨਹੀਂ ਚਾਹੁੰਦਾ ਕਿ ਸਜ਼ਾ ਮਾਫੀ ਦੀ ਕੋਈ ਗੱਲ ਹੋਵੇ, ਕਿਉਂਕਿ ਇਹ ਮਾਮਲਾ ਸਿਰਫ ਤੇ ਸਿਰਫ ਤੁਸੀਂ ਚੋਣਾਂ ਦੇ ਮੱਦੇਨਜ਼ਰ ਸਾਹਮਣੇ ਲੈ ਕੇ ਆਉਣੇ ਹੋ। ਇਤਰਾਜ਼ ਜ਼ਾਹਰ ਕੀਤਾ ਗਿਆ। ਪਿਛਲੇ ਦਿਨੀ ਤੱਕ ਚਿੱਠੀ ਵੀ ਸਾਹਮਣੇ ਆਈ ਸੀ ਜਿਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਚੋਣਾਂ ਦੇ ਮੌਕੇ ਤੁਸੀਂ ਸਾਡੇ ਨਾਂ ਦੀ ਵਰਤੋਂ ਤੇ ਦੁਰਵਰਤੋਂ ਕਰਦੇ ਆ। ਸੋ ਵੇਨੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਮੋੜ ਆਉਂਦੇ ਇਸ ਮਾਮਲੇ ਦੇ ਵਿੱਚ, ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਜੇਲ੍ਹ ਅੰਦਰ ਮੁਲਾਕਾਤ ਕਰਨ ਵਾਸਤੇ ਪਹੁੰਚੇ ਵਫਦ ਨੂੰ ਵਾਪਸ ਮੋੜ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਰਾਜੋਆਣਾ ਨਾਲ ਮੁਲਾਕਾਤ ਕੀਤੀ, ਪਰ ਰਾਜੋਆਣਾ ਸ਼੍ਰੋਮਣੀ ਕਮੇਟੀ ਵੱਲੋਂ ਦਾਇਰ ਕੀਤੀ ਗਈ ਰਹਿਮ ਦੀ ਅਪੀਲ ਵਾਪਸ ਕਰਵਾਉਣ ਦੇ ਲਈ ਬਜਦ ਰਹੇ। ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ 5 ਦਸੰਬਰ ਤੱਕ ਦਾ ਅਲਟੀਮੇਟਮ ਦਿੰਦਿਆਂ ਸਪਸ਼ਟ ਕੀਤਾ ਕਿ 4 ਦਸੰਬਰ ਤੱਕ ਜੇਕਰ ਇਹ ਪਟੀਸ਼ਨ ਵਾਪਸ ਨਾ ਲਈ ਤਾਂ 5 ਦਸੰਬਰ ਤੋਂ ਉਹ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ। ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਸੰਬੰਧੀ ਰਾਜੋਆਣਾ ਨੂੰ 2007 ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜਿਸ ਸੰਬੰਧੀ ਉਹਨਾਂ ਨੂੰ ਪਟਿਆਲਾ ਜੇਲ੍ਹ ਵਿੱਚ ਫਾਂਸੀ ਦੇਣ ਦੇ ਲਈ 30 ਮਾਰਚ 2012 ਦਾ ਦਿਨ ਮੁਕਰਰ ਕੀਤਾ ਗਿਆ ਸੀ। ਪਰ ਰਾਜੋਆਣਾ ਫਾਂਸੀ ਦੀ ਸਜ਼ਾ ਰੁਕਵਾਉਣ ਲਈ ਖੁਦ ਕੋਈ ਵੀ ਕਾਨੂੰਨੀ ਚਾਰਾਜੋਈ ਕਰਨ ਤੋਂ ਇਨਕਾਰੀ ਰਹੇ। ਇਸ ਕਰਕੇ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਰਹਿਮ ਦੀ ਅਪੀਲ ਦਾਇਰ ਕੀਤੀ ਗਈ, ਜਿਸ ਸੰਬੰਧੀ ਹੀ ਫਾਂਸੀ ਤੋਂ 2 ਦਿਨ ਪਹਿਲਾਂ ਰਾਸ਼ਟਰਪਤੀ ਵੱਲੋਂ ਫਾਂਸੀ ਦੀ ਸਜ਼ਾ ਦੇ ਉੱਤੇ ਰੋਕ ਲਾ ਦਿੱਤੀ ਗਈ ਸੀ। ਰਾਜੋਆਣਾ ਦਾ ਕਹਿਣਾ ਕਿ 12 ਸਾਲ ਤੋਂ ਉਸ ਦੀ ਇਸ ਪਟੀਸ਼ਨ ਦੇ ਉੱਤੇ ਕੋਈ ਵੀ ਫੈਸਲਾ ਨਹੀਂ ਹੋਇਆ। ਉਹ ਤਿਲ-ਤਿਲ ਕਰਕੇ ਮਰਨ ਦੀ ਬਜਾਏ ਫਾਂਸੀ ਦੇ ਫੰਦੇ ਦੇ ਉੱਤੇ ਚੜ੍ਹਨ ਨੂੰ ਤਿਆਰ ਨੇ। ਇਸੇ ਲਈ ਉਹਨਾਂ ਵੱਲੋਂ ਅਕਾਲ ਤਖਤ ਸਾਹਿਬ ਦੇ ਉੱਤੇ ਬੇਨਤੀ ਕੀਤੀ ਗਈ ਹੈ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕਰਨ ਕਿ ਉਹ ਰਹਿਮ ਦੀ ਅਪੀਲ ਸੰਬੰਧੀ ਪਟੀਸ਼ਨ ਵਾਪਸ ਲਵੇ। ਇਸ ਲਈ ਐਡਵੋਕੇਟ ਧਾਮੀ ਲੰਘੇ ਕੱਲ੍ਹ ਰਾਜੋਆਣਾ ਦੇ ਨਾਲ ਮੁਲਾਕਾਤ ਕਰਨ ਪਹੁੰਚੇ, ਜਿਸ ਦੌਰਾਨ ਵੱਖ-ਵੱਖ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵੀ ਉਹਨਾਂ ਦੇ ਨਾਲ ਸਨ। ਸੋ ਦੇਖਦੇ ਹਾਂ ਆਉਂਦੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਨਵੇਂ ਮੋੜ ਕਿਹੜੇ ਆਉਂਦੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸਾਨੂੰ ਚੰਗੀ ਤਰ੍ਹਾਂ ਚੇਤੇ ਆ ਜਦੋਂ ਫਾਂਸੀ ਦੀ ਸਜ਼ਾ ਦੀ ਗੱਲ ਚੱਲੀ ਸੀ, ਤੇ ਸਾਨੂੰ ਇਹ ਵੀ ਗੱਲ ਚੰਗੀ ਤਰ੍ਹਾਂ ਚੇਤੇ ਆ ਕਿ ਉਸ ਵੇਲੇ ਕਿਸ ਤਰੀਕੇ ਦੀ ਰਾਜਨੀਤੀ ਛਿੜੀ ਸੀ, ਉਸ ਵੇਲੇ ਕਿਵੇਂ ਚਿੱਠੀਓ ਪੱਤਰੀ ਦੀ ਗੱਲ ਚੱਲੀ ਸੀ, ਤੇ ਉਸ ਵੇਲੇ ਵਕਤੀ ਤੌਰ ਦੇ ਉੱਤੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਉੱਤੇ ਰੋਕ ਲੱਗ ਗਈ ਸੀ। ਪਰ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕਦੇ ਕੁਝ ਨਹੀਂ ਹੋਇਆ, ਕਦੇ ਕੋਈ ਜਾਣਕਾਰੀ, ਕਦੇ ਕੋਈ ਜਾਣਕਾਰੀ, ਕਦੇ ਸੁਪਰੀਮ ਕੋਰਟ ਨੇ ਗੱਲ ਕਹੀ ਕਿ ਭਾਈ ਤੁਸੀਂ ਆਪਣਾ ਰੁਖ ਸਪਸ਼ਟ ਕਰੋ, ਕਦੇ ਕੋਈ ਜਾਣਕਾਰੀ ਹੋਰ ਸਾਹਮਣੇ ਆ ਜਾਂਦੀ ਸੀ। ਪਰ ਜਦੋਂ ਵੀ ਚੋਣਾਂ ਆਉਂਦੀਆਂ ਉਵੇਂ ਇਹ ਮੁੱਦਾ ਗਰਮ ਹੋ ਜਾਂਦਾ, ਤੇ ਜਦੋਂ ਵੀ ਚੋਣਾਂ ਨਿਕਲ ਜਾਂਦੀਆਂ ਉਵੇਂ ਇਹ ਮੁੱਦਾ ਠੰਡੇ ਬਸਤੇ ਦੇ ਵਿੱਚ ਪੈ ਜਾਂਦਾ। ਮੇਰਾ ਖਿਆਲ ਹੈ ਕਿ ਹੁਣ ਭਾਈ ਬਲਵੰਤ ਸਿੰਘ ਰਾਜੋਆਣਾ ਹੋਰਾਂ ਨੇ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਿਆ ਕਿ ਸਿਆਸੀ ਪਾਰਟੀਆਂ ਨੇ ਇਸ ਮਾਮਲੇ ਦੇ ਵਿੱਚ ਕੁਝ ਨਹੀਂ ਕੀਤਾ। ਸਿਆਸੀ ਪਾਰਟੀਆਂ ਦੇ ਵੱਲੋਂ ਇਸ ਮਾਮਲੇ ਨੂੰ ਸਿਰਫ ਤੇ ਸਿਰਫ ਇੱਕ ਮੁੱਦਾ ਬਣਾ ਕੇ ਵਰਤਿਆ ਗਿਆ। ਸ਼ਾਇਦ ਉਹ ਇਸੇ ਗੱਲ ਕਰਕੇ ਨਾਰਾਜ਼ ਹੋਣ। ਵਕਤ ਦੱਸੂਗਾ ਭਾਈ ਉਹਨਾਂ ਦੀ ਨਾਰਾਜ਼ਗੀ ਦੇ ਵਿੱਚ ਹੋਰ ਕਿਹੜੀਆਂ ਗੱਲਾਂ ਜੁੜ ਕੇ ਸਾਹਮਣੇ ਆਉਂਦੀਆਂ, ਪਰ ਉਹਨਾਂ ਨੇ ਸਾਫ਼ ਤੇ ਸਪਸ਼ਟ ਕਰਤਾ ਕਿ ਜੇਕਰ 4 ਦਸੰਬਰ ਤੱਕ ਰਹਿਮ ਦੀ ਅਪੀਲ ਵਾਪਸ ਨਾ ਲਈ ਤਾਂ ਮੈਂ 5 ਦਸੰਬਰ ਤੋਂ ਭੁੱਖ ਹੜਤਾਲ ਸ਼ੁਰੂ ਕਰ ਦੇਣੀ ਹੈ। ਕੀ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ ਦੇ ਵਿੱਚ ਮਨਾਇਆ ਜਾ ਸਕੂਗਾ? ਕੀ ਉਹ ਮੰਨ ਜਾਣਗੇ? ਕੀ ਰਹਿਮ ਦੀ ਅਪੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਪਸ ਲੈ ਲੂਗੀ, ਜਾਂ ਇਹਨਾਂ ਦੇ ਵਿੱਚੋਂ ਕੋਈ ਗੱਲ ਵੀ ਨਹੀਂ ਹੋਊਗੀ ਤੇ ਕੋਈ ਨਵੀਂ ਜਾਣਕਾਰੀ ਸਾਹਮਣੇ ਆਊਗੀ? ਇਹ ਵਕਤ ਨੇ ਬਿਆਨ ਕਰਨਾ। ਪਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸ਼੍ਰੋਮਣੀ ਕਮੇਟੀ ਲਗਾਤਾਰ ਕਰਦੀ ਆ ਰਹੀ ਹੈ। 25 ਲੱਖ ਤੋਂ ਵੱਧ ਲੋਕਾਂ ਦੇ ਦਸਤਖਤ ਵੱਖ-ਵੱਖ ਫਾਰਮਾਂ ਦੇ ਉੱਤੇ ਕਰਵਾਏ ਗਏ ਆ, ਤੇ ਪਿਛਲੇ ਦਿਨੀ ਇਹਦੇ ਬਾਰੇ ਵੇਰਵਾ ਜਿਹੜਾ ਉਹ ਪੰਜਾਬ ਦੇ ਰਾਜਪਾਲ ਨੂੰ ਸ਼੍ਰੋਮਣੀ ਕਮੇਟੀ ਦੇ ਵਫਦ ਨੇ ਸੌਂਪਿਆ ਵੀ ਹੈ। ਤੇ ਇਹ ਗੱਲ ਕਹੀ ਹੈ ਰਾਜਪਾਲ ਸਾਹਿਬ ਨੂੰ
ਕਿ ਤੁਸੀਂ ਰਾਸ਼ਟਰਪਤੀ ਨਾਲ ਗੱਲ ਕਰੋ, ਜਿਹੜੇ 9 ਦੇ ਕਰੀਬ ਬੰਦੀ ਸਿੰਘ ਆ ਤੇ ਉਹਨਾਂ ਦੀ ਰਿਹਾਈ ਦਾ ਰਾਹ ਪੱਧਰਾ ਹੋਣਾ ਚਾਹੀਦਾ। ਉਹਨਾਂ ਨੇ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਕੱਟ ਲਿਆ, ਉਹਨਾਂ ਦੇ ਵਿੱਚੋਂ ਕਈਆਂ ਦੀਆਂ ਸਜ਼ਾਵਾਂ ਪੂਰੀਆਂ ਵੀ ਹੋ ਗਈਆਂ, ਇਸ ਦੇ ਬਾਵਜੂਦ ਵੀ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ ਤੇ ਕਸੂਰ ਉਹਨਾਂ ਦਾ ਕੋਈ ਨਹੀਂ। ਹੁਣ ਉਹਨਾਂ ਨੂੰ ਨਿਯਮਾਂ ਦੇ ਮੁਤਾਬਕ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਚਾਹੀਦਾ, ਉਹਨਾਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਆ, ਉਹਨਾਂ ਨੂੰ ਰਿਹਾਈ ਮਿਲਣੀ ਚਾਹੀਦੀ ਆ, ਜਿਹੜੀ ਕਿ ਹਾਲੇ ਤੱਕ ਮਿਲੀ ਨਹੀਂ। ਦਰਬਾਰ ਸਾਹਿਬ ਦੇ ਵਿੱਚ ਹਰ ਰੋਜ਼ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਜਾਂਦੀ ਹੈ, ਨਤਮਸਤਕ ਹੁੰਦੀ ਹੈ ਤੇ ਦਰਬਾਰ ਸਾਹਿਬ ਦੇ ਵਿੱਚ ਜਾਣ ਵਾਲੀ ਸੰਗਤ ਆ ਜਿਹੜੀ ਉਹ ਗੁਰੂ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰਦੀ ਹੈ। ਕੋਈ ਵੀ ਬੰਦਾ ਦੁਨੀਆ ਦੇ ਕਿਸੇ ਵੀ ਧਾਰਮਿਕ ਥਾਂ ਦੇ ਉੱਤੇ ਜਾ ਸਕਦਾ, ਧਾਰਮਿਕ ਅਦਾਰੇ ਦੇ ਵਿੱਚ ਨਤਮਸਤਕ ਹੋ ਸਕਦਾ। ਸਭ ਦੇ ਆਪੋ ਆਪਣੇ ਜਜ਼ਬਾਤ ਆ, ਸਭ ਦੀ ਆਪੋ ਆਪਣੀ ਆਸਥਾ। ਪਰ ਕਦੇ ਕਦੇ ਇਸ ਗੱਲ ਦੇ ਉੱਤੇ ਹੈਰਾਨੀ ਹੁੰਦੀ ਆ ਕਿ ਵੱਖ-ਵੱਖ ਧਾਰਮਿਕ ਥਾਵਾਂ ਦੇ ਵਿੱਚ ਜਾ ਕੇ ਵੀ ਲੋਕ ਕਿਸ ਤਰੀਕੇ ਦੇ ਨਾਲ ਮਾੜੀਆਂ ਹਰਕਤਾਂ ਕਰਦੇ ਆ, ਕਿਹੋ ਜਿਹੀਆਂ ਕਰਤੂਤਾਂ ਕਰਦੇ ਆ। ਕਦੇ ਕਿਸੇ ਮੰਦਿਰ ਦੇ ਵਿੱਚੋਂ ਕੋਈ ਚੋਰੀ ਕਰ ਲਈ, ਕਦੇ ਕਿਸੇ ਗਿਰਜਾ ਘਰ 'ਚੋਂ ਚੋਰੀ ਕਰ ਲਈ, ਕਦੇ ਕਿਸੇ ਮਸਜਿਦ 'ਚੋਂ ਚੋਰੀ ਕਰ ਲਈ, ਕਦੇ ਗੁਰਦੁਆਰੇ 'ਚੋਂ ਚੋਰੀ ਕਰ ਲਈ। ਲੋਕ ਵੀ ਟਲਦੇ ਨਹੀਂ ਤੇ ਹੁਣ ਵੀ ਦਰਬਾਰ ਸਾਹਿਬ ਦੇ ਵਿੱਚੋਂ 1 ਲੱਖ ਰੁਪਈਆ ਚੋਰੀ ਕੀਤਾ ਗਿਆ। ਦਰਬਾਰ ਸਾਹਿਬ ਦੇ ਵਿੱਚੋਂ ਲੋਕ ਉੱਥੇ ਟਰੱਕਾਂ ਦੇ ਟਰੱਕ ਆ ਜਿਹੜੇ ਉਹ ਰਸਦ ਦੇ ਚੜਾ ਕੇ ਜਾਂਦੇ ਆ। ਲੋਕ ਉੱਥੇ ਪਤਾ ਨਹੀਂ ਕੀ ਕੁਝ ਗੁਪਤ ਦਾਨ ਦੇ ਰੂਪ ਦੇ ਵਿੱਚ ਦੇ ਕੇ ਜਾਂਦੇ ਆ। ਲੋਕਾਂ ਦੀ ਸ਼ਰਧਾ ਨੂੰ ਅਸੀਂ ਸਲਾਮ ਕਰਦੇ ਹਾਂ, ਸੰਗਤ ਦੀ ਸ਼ਰਧਾ ਨੂੰ ਸਲਾਮ ਕਰਦੇ ਹਾਂ, ਪਰ ਉੱਥੇ ਚੋਰ ਵੀ ਇੰਨੇ ਆ ਕਿ ਬਾਰ-ਬਾਰ ਇਹ ਗੱਲ ਕਹਿਣੀ ਪੈਂਦੀ ਆ ਕਿ ਭਾਈ ਸੰਗਤ ਦੀ ਬਹੁਤ ਵੱਡੀ ਗਿਣਤੀ ਆ, ਆਪਣੇ ਪਰਸ ਬਚਾ ਕੇ ਰੱਖੋ, ਆਪਣੇ ਮੋਬਾਈਲ ਬਚਾ ਕੇ ਰੱਖੋ। ਯਾਨੀ ਕਿ ਗੁਰੂ ਦੇ ਦਰ ਦੇ ਉੱਤੇ ਵੀ ਗਲਤ ਕੰਮ ਕਰਨ ਵਾਲੇ ਲੋਕ ਬਾਜ਼ ਨਹੀਂ ਆਉਂਦੇ। ਇਸ ਕਰਕੇ ਸਾਨੂੰ ਚੁਕੰਨੇ ਕੀਤਾ ਜਾਂਦਾ, ਸਾਨੂੰ ਜਾਗਰੂਕ ਕੀਤਾ ਜਾਂਦਾ। ਅਗਲੀ ਗੱਲ ਇਹ ਆ ਕਿ ਦਰਬਾਰ ਸਾਹਿਬ ਦੇ ਵਿੱਚ ਕਾਊਂਟਰ ਤੋਂ 1 ਲੱਖ ਰੁਪਈਆ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਕਾਰਵਾਈ ਦੇ ਵਿੱਚੋਂ ਕੀ ਸਿੱਟੇ ਨਿਕਲ ਕੇ ਆਉਣਗੇ, ਜਿਹੜੇ 4 ਜਣਿਆਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਉਹਦੇ ਬਾਰੇ ਕੀ ਨਵਾਂ ਵੇਰਵਾ ਸਾਹਮਣੇ ਆਊਗਾ, ਇਹ ਸਮਾਂ ਬਿਆਨ ਕਰੂਗਾ। ਪਰ ਜੇਕਰ ਦਰਬਾਰ ਸਾਹਿਬ ਦੇ ਵਿੱਚੋਂ ਵੀ ਚੋਰੀਆਂ ਹੋ ਜਾਂਦੀਆਂ ਤੇ ਸੱਚੀ ਮੁੱਚੀ ਬਹੁਤ ਦੁੱਖ ਦੀ ਗੱਲ ਆ, ਬਹੁਤ ਹੈਰਾਨੀ ਵਾਲੀ ਗੱਲ ਆ। ਪਹਿਲਾਂ ਇਸ ਰਿਪੋਰਟ ਦਾ ਮੁਕੰਮਲ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲੰਗਰ ਤੇ ਇਮਾਰਤਾਂ ਲਈ ਸੰਗਤ ਵੱਲੋਂ ਸੇਵਾ ਪ੍ਰਾਪਤ ਕਰਨ ਵਾਸਤੇ ਇੱਕ ਕਾਊਂਟਰ ਤੋਂ 1 ਲੱਖ ਰੁਪਏ ਦੀ ਨਕਦੀ ਚੋਰੀ ਕਰਨ ਵਾਲੇ 4 ਸ਼ੱਕੀ ਵਿਅਕਤੀਆਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ। ਇਸ ਘਟਨਾ ਬਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਕਿਹਾ ਕਿ ਇਹ ਘਟਨਾ ਸ਼ਾਮ ਦੇ ਵੇਲੇ ਦੀ ਹੈ। ਉਹਨਾਂ ਨੇ ਕਿਹਾ ਕਿ ਪ੍ਰਕਰਮਾਂ ਦੇ ਅੰਦਰ ਲੰਗਰ ਤੇ ਇਮਾਰਤਾਂ ਦੀ ਸੇਵਾ ਪ੍ਰਾਪਤ ਕਰਨ ਦੇ ਲਈ ਸਥਾਪਿਤ ਇੱਕ ਕਾਊਂਟਰ ਦੇ ਉੱਤੇ ਡਿਊਟੀ ਨਿਭਾ ਰਹੇ ਮੁਲਾਜ਼ਮ ਮੁਤਾਬਕ ਐਤਵਾਰ ਨੂੰ ਸ਼ਾਮੀ ਤਕਰੀਬਨ 7:30 ਵਜੇ ਜਦੋਂ ਉਹ ਰਸੀਦਾਂ ਕੱਟ ਰਿਹਾ ਸੀ ਤਾਂ ਉਸ ਕੋਲੇ 4 ਸ਼ੱਕੀ ਵਿਅਕਤੀ ਇੱਕ ਔਰਤ ਸਮੇਤ ਆਏ। ਮੈਨੇਜਰ ਨੇ ਇਹ ਗੱਲ ਕਹੀ ਕਿ ਮੁਲਾਜ਼ਮ ਮੁਤਾਬਕ ਦੋਸ਼ੀ ਵਿਅਕਤੀਆਂ ਨੇ ਉਸ ਨੂੰ ਰਸੀਦ ਕਟਵਾਉਣ ਦੇ ਨਾਂ ਦੇ ਉੱਤੇ ਆਪਣੀਆਂ ਗੱਲਾਂ ਵਿੱਚ ਉਲਝਾਇਆ ਤੇ ਕਾਊਂਟਰ ਵਿੱਚੋਂ 1 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਉੱਥੋਂ ਚਲੇ ਗਏ। ਉਹਨਾਂ ਕਿਹਾ ਕਿ ਇਸ ਘਟਨਾ ਬਾਰੇ ਡਿਊਟੀ ਕਰ ਰਹੇ ਮੁਲਾਜ਼ਮ ਦੀ ਸ਼ਿਕਾਇਤ ਦੇ ਉੱਤੇ ਅੰਮ੍ਰਿਤਸਰ ਪੁਲਿਸ ਥਾਣੇ ਦੇ ਵਿੱਚ ਪਰਚਾ ਦਰਜ ਕਰਵਾ ਦਿੱਤਾ ਗਿਆ ਤੇ ਇਸ ਮਾਮਲੇ ਦੇ ਉੱਤੇ ਅਗਲੀ ਕਾਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ। ਇਸ ਖਬਰ ਤੇ ਟਿੱਪਣੀ ਕਰਦਾ ਦੋਸਤੋ ਪਹਿਲੀ ਗੱਲ ਤਾਂ ਸਿਰਫ ਇਹ ਕਹਾਂਗੇ ਕਿ ਗੁਰੂ ਦੇ ਦਰ ਦੇ ਉੱਤੇ ਵੀ ਇਹੋ ਜਿਹੀਆਂ ਹਰਕਤਾਂ ਕਰਨ ਤੋਂ ਲੋਕ ਬਾਜ਼ ਨਹੀਂ ਆਉਂਦੇ ਕਈ। ਤੇ ਹੁਣ ਇਸ ਮਾਮਲੇ ਦੇ ਉੱਤੇ ਪੁਲਿਸ ਕੀ ਕਾਰਵਾਈ ਕਰੂਗੀ ਇਹਦੇ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ। ਇਹ 4 ਜਣੇ ਗ੍ਰਿਫਤਾਰ ਹੋ ਜਾਣਗੇ ਜਾਂ 4 ਦੇ ਵਿੱਚੋਂ 1 ਹੋਊਗਾ ਜਾਂ 3 ਹੋਣਗੇ, ਇਹ ਤਾਂ ਚਲੋ ਸਮਾਂ ਦੱਸੂਗਾ। ਪਰ ਜੇਕਰ ਗੁਰੂ ਦੇ ਦਰ ਦੇ ਉੱਤੇ ਜਾ ਕੇ ਜਿੱਥੋਂ ਅਸੀਂ ਮੰਗਦੇ ਹਾਂ ਉੱਥੋਂ ਚੋਰੀਆਂ ਹੋਣਗੀਆਂ ਤੇ ਫਿਰ ਤਾਂ ਭਾਈ ਦੁੱਖ ਹੋਣਾ ਕੁਦਰਤੀ ਆ। ਸੋ ਕਿਸੇ ਨੇ ਕਿੰਨਾ ਦਾਨ ਕਰਨਾ ਕਿੰਨਾ ਨਹੀਂ ਕਰਨਾ ਇਹ ਉਹਦੀ ਸੋਚ ਦੇ ਉੱਤੇ, ਇਹ ਉਹਦੀ ਵਿੱਤੀ ਪਹੁੰਚ ਦੇ ਉੱਤੇ ਨਿਰਭਰ ਕਰਦੀ ਗੱਲ ਹੈ। ਪਰ ਜੇਕਰ ਗੁਰੂ ਦੇ ਦਰ ਤੋਂ ਚੋਰੀਆਂ ਹੋਣ ਲੱਗ ਪਈਆਂ, ਦਰਬਾਰ ਸਾਹਿਬ ਦੇ ਵਿੱਚੋਂ ਚੋਰੀਆਂ ਹੋਣ ਲੱਗ ਪਈਆਂ ਤੇ ਭਾਈ ਇਹ ਛੋਟਾ ਮੁੱਦਾ ਨਹੀਂ ਹੈ। ਸਮੇਂ-ਸਮੇਂ ਦੇ ਉੱਤੇ ਕਈ ਤਰ੍ਹਾਂ ਦੇ ਵਿਵਾਦ ਵੀ ਉੱਠਦੇ ਰਹੇ, ਪਰ ਗੱਲ ਇਹ ਵੀ ਜੇਕਰ ਉੱਥੇ ਹੁਣ ਚੋਰਾਂ ਦੇ ਵੱਲੋਂ ਪਹੁੰਚ ਕੀਤੀ ਜਾਂਦੀ ਹੈ, ਠੱਗਾਂ ਦੇ ਵੱਲੋਂ ਪਹੁੰਚ ਕੀਤੀ ਜਾਂਦੀ ਹੈ, ਜਾਲ ਸਾਜ਼ਾਂ ਵੱਲੋਂ ਪਹੁੰਚ ਕੀਤੀ ਜਾਂਦੀ ਹੈ ਤਾਂ ਸੰਗਤ ਦੇ ਮਨ ਦੇ ਉੱਤੇ ਸੱਟ ਵੱਜਣੀ ਕੁਦਰਤੀ ਹੈ। ਸੋ ਪੁਲਿਸ ਦੇ ਕੋਲੇ ਮਾਮਲਾ ਪਹੁੰਚ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ CCTV ਕੈਮਰੇ ਦੀ ਫੁਟੇਜ ਦੇ ਆਧਾਰ ਦੇ ਉੱਤੇ ਕਹਿੰਦੇ ਆ ਵੀ ਇਹਨਾਂ ਮੁਲਜ਼ਮਾਂ ਦੀ ਪਛਾਣ ਵੀ ਕੀਤੀ ਗਈ ਆ। ਇਹ ਮੁਲਜ਼ਮ ਲੱਭ ਜਾਣਗੇ ਜਾਂ ਨਹੀਂ ਲੱਭਣਗੇ ਜਾਂ ਕਿੱਥੋਂ ਲੱਭਣਗੇ, ਇਹ ਸਾਰੀ ਕਹਾਣੀ ਜਦੋਂ ਸਾਹਮਣੇ ਆਈ ਉਹ ਅਸੀਂ ਵੀ ਆਪਣੇ ਪਰਿਵਾਰਕ ਜੀਆਂ ਦੇ ਨਾਲ ਸਾਂਝੀ ਕਰਾਂਗੇ। ਪਰ ਦੁੱਖ ਹੋਇਆ ਇਸ ਗੱਲ ਦੇ ਉੱਤੇ ਕਿ ਵੱਖ-ਵੱਖ ਥਾਵਾਂ ਦੇ ਉੱਤੇ ਇਹੋ ਜਿਹੇ ਲੋਕ ਵੀ ਵਸਦੇ ਆ ਜਿਹੜੇ ਗੁਰੂ ਦੇ ਦਰ ਦੇ ਉੱਤੇ ਜਾ ਕੇ ਤੇ ਚੋਰੀਆਂ ਕਰਦੇ ਆ। ਗੁਰੂ ਦੇ ਦਰ ਦੇ ਉੱਤੇ ਜਾ ਕੇ ਆਪਣੀ ਸੋਚ ਉਹੀ ਰੱਖਦੇ ਆ ਘਟੀਆ, ਜਿਹੜੀ ਕਿ ਵੱਖ-ਵੱਖ ਹੋਰ ਥਾਵਾਂ 'ਤੇ ਵੀ ਰੱਖਦੇ ਹੋਣਗੇ। ਜਿਹੜੇ ਲੋਕਾਂ ਨੇ ਗੁਰੂ ਦੇ ਦਰ 'ਤੇ ਨਹੀਂ ਪੈਸੇ ਛੱਡੇ, ਉਹਨਾਂ ਨੇ ਬਾਕੀ ਵੱਖ-ਵੱਖ ਥਾਵਾਂ ਦੇ ਉੱਤੇ, ਦੁਕਾਨਾਂ ਦੇ ਉੱਤੇ, ਘਰਾਂ ਦੇ ਵਿੱਚ ਆਲੇ ਦੁਆਲੇ ਕਿੰਨੀਆਂ ਚੋਰੀਆਂ ਕੀਤੀਆਂ ਹੋਣਗੀਆਂ, ਇਹਦੇ ਬਾਰੇ ਅੰਦਾਜ਼ਾ ਲਾਉਣਾ ਔਖਾ ਨਹੀਂ। ਸੋ ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਕਾਟੇ ਰੋਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ।